सर अपना टाइम वेस्ट करना तो बहुत वड्डी बेवकूफ़ी है। बाहर जाना है, टाइम लिमिटेड है, टाइम कभी किसी की वेट नहीं करता। तो बेस्ट है कि इस टाइम ऑनलाइन कोचिंग ही लिੱਤੀ जाए। ਇਹ ਕਿੰਨਾ ਕੁ ਹੁਣ ਤਬਦੀਲੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਲੋਕ ਇਸ ਚੀਜ਼ ਨੂੰ ਅਡਾਪਟ ਕਰ ਰਹੇ ਨੇ ਕਿ ਇਹ ਚੀਜ਼ ਕੰਫਰਟੇਬਲ ਹੈ? ਸਰ ਨਵੀਂ ਚੀਜ਼ ਨੂੰ ਅਡਾਪਟ ਕਰਦਿਆਂ ਥੋੜਾ ਟਾਈਮ ਤੇ ਲੱਗਦਾ ਹੈ, ਬਟ ਇਟ ਇਜ਼ ਸੈਡ ਕਿ ਲਾਅ ਜਿਹੜਾ ਹੈ ਹਮੇਸ਼ਾ ਚੇਂਜ ਇਜ਼ ਦ ਲਾਅ ਆਫ ਨੇਚਰ। ਜੀ ਮੈਮ, ਇਸ ਤੋਂ ਇਲਾਵਾ ਅਗਰ ਕੋਈ ਵਿਦਿਆਰਥੀਆਂ ਦੇ ਕੁਐਸਚਨ ਆਨਸਰਸ ਨੇ ਉਹਨਾਂ ਨੂੰ ਤੁਸੀਂ ਕਿਵੇਂ ਕਲੀਅਰ ਕਰਦੇ ਹੋ? ਰੋਜ਼ 1.5-2 ਘੰਟੇ ਕਲਾਸ ਚੱਲਦੀ ਹੈ ਇੱਕ ਬੱਚੇ ਦੀ। ਜੋ ਚੀਜ਼ ਉਹਨੂੰ ਸਮਝ ਨਹੀਂ ਆਈ ਉਹਨੂੰ ਡਿਟੇਲ 'ਚ ਸਮਝਾਇਆ ਜਾਂਦਾ ਹੈ ਔਰ ਇਹਦੇ ਵਿੱਚ ਪ੍ਰੋਵੀਜ਼ਨਸ ਹੈਗੀਆਂ, ਰੀਡਿੰਗਸ ਨੂੰ ਉਹ ਡਾਊਨਲੋਡ ਕਰ ਸਕਦਾ ਹੈ। ਪੀਡੀਐਫਸ ਹੈਗੀਆਂ, ਅਗਰ ਉਹਨੂੰ ਕੰਪਿਊਟਰ ਦੇ ਉੱਤੇ ਬੱਚੇ ਦੀ ਅੱਖਾਂ ਥੱਕ ਜਾਂਦੀਆਂ ਰੀਡਿੰਗ ਕਰਦਿਆਂ, ਉਹਨੂੰ ਡਾਊਨਲੋਡ ਕਰਕੇ ਅੰਡਰਲਾਈਨ ਕਰਕੇ ਤੇ ਆਪਣੇ ਆਪ ਘਰ ਬੈਠ ਕੇ ਕਰ ਸਕਦਾ ਹੈ। ਕਿ ਕਲਾਸ ਦੇ ਵਿੱਚ ਮੈਂ ਲੈਕਚਰ ਦਿੱਤਾ, ਮੈਂ ਬਾਹਰ ਆ ਗਈ, ਬੱਚਿਆਂ ਨੂੰ ਬੜਾ ਮਜ਼ਾ ਆਇਆ ਸੁਣ ਕੇ, ਲੇਕਿਨ 100% ਤੇ ਰਿਟੇਨ ਨਹੀਂ ਹੋ ਸਕਦਾ ਨਾ, ਔਰ 100% ਨੋਟਸ ਵੀ ਨਹੀਂ ਬਣ ਸਕਦੇ। ਇਹਦਾ ਬੈਨੀਫਿਟ ਹੈ ਕਿ ਜਿਹੜਾ ਮੇਰਾ ਲੈਕਚਰ ਹੈ ਉਹ ਰਿਕਾਰਡਡ ਹੈ। ਬੱਚਾ 24/7 24 ਘੰਟੇ 7 ਦਿਨ ਜਿੰਨੀ ਵਾਰ ਮਰਜ਼ੀ ਦੇਖੇ, ਜਿੰਨੀ ਵਾਰ ਮਰਜ਼ੀ ਸੁਣੇ, ਉਹਨੂੰ ਸਟਾਪ ਕਰਕੇ ਕਾਪੀ ਪੈਨਸਿਲ ਤੇ ਨੋਟਸ ਬਣਾਏ। ਇਹਦੇ ਨਾਲ ਉਹਦੀ ਸਟੱਡੀਜ਼ ਬਹੁਤ ਅੱਛੀ ਹੁੰਦੀ ਹੈ। ਜਿਵੇਂ ਹੀ ਆਨਲਾਈਨ ਦੀ ਗੱਲ ਆਉਂਦੀ ਹੈ ਤਾਂ ਇੱਕ ਸ਼ਬਦ ਹੈ ਉਹ ਆਟੋਮੈਟਿਕਲੀ ਲੋਕਾਂ ਦੇ ਦਿਮਾਗ ਦੇ ਵਿੱਚ ਆ ਜਾਂਦਾ ਹੈ, ਉਹ ਹੁੰਦਾ ਠੱਗੀ। ਕਿ ਮੈਮ ਇਸ ਦੀ ਵੀ ਤਾਂ ਪੋਸੀਬਿਲਿਟੀ ਹੈ ਨਾ ਕਿ ਅਗਰ ਤੁਸੀਂ ਆਨਲਾਈਨ ਕਲਾਸਿਸ ਦੇ ਬਦਲੇ ਵਿਦਿਆਰਥੀਆਂ ਤੋਂ ਪੈਸੇ ਤਾਂ ਲੈ ਲੈਂਦੇ ਹੋ, ਲੇਕਿਨ ਉਸ ਦੇ ਵਿੱਚ ਗਰੁੱਪ ਹੀ ਐਡਾ ਵੱਡਾ ਹੋਵੇ ਤੇ ਉਹਨਾਂ ਨੂੰ ਬੜੀ ਦਿੱਕਤ ਆਉਂਦੀ ਹੋਵੇ, ਉਹ ਸਹੀ ਤਰੀਕੇ ਨਾਲ ਪੜ੍ਹਾਈ ਨਾ ਕਰ ਪਾਣ। ਬੱਚਾ ਅਗਰ ਅੱਜ ਨਾਮ ਲਿਖਵਾ ਰਿਹਾ ਤੇ ਉਹਦੀ ਵਾਰੀ ਉਦੋਂ ਹੀ ਆਉਂਦੀ ਹੈ ਜਦੋਂ ਸੀਟ ਅਵੇਲੇਬਲ ਹੋਵੇ। ਬੈਚਸ ਦੇ ਟਾਈਮਿੰਗਸ ਹੈਗੇ ਹੈ ਔਰ ਬੈਚਸ ਦੇ ਸਾਈਜ਼ ਛੋਟੇ ਹੈ ਤਾਂ ਕਿ ਇੰਟਰੈਕਸ਼ਨ ਜ਼ਿਆਦਾ ਹੋ ਜਾਏ। ਅਸੀਂ ਫੀਸ ਸਟਰਕਚਰ ਦੇ ਬਾਰੇ ਵੀ ਪੁੱਛਣਾ ਚਾਹਾਂਗੇ ਕਿ ਜੋ ਆਨਲਾਈਨ ਕਲਾਸਿਸ ਨੇ ਵਿਦਿਆਰਥੀ ਲੈਣਾ ਚਾਹੁੰਦੇ ਆ ਉਹਨਾਂ ਦੀ ਫੀਸ ਕਿੰਨੀ ਹੋਵੇਗੀ? ਉਹ ਪਹਿਲਾਂ ਹੀ ਦੇਣੀ ਆ, ਕੁਝ ਦਿਨਾਂ ਦੀ ਉਹ ਪ੍ਰੈਕਟਿਸ ਤੋਂ ਬਾਅਦ ਵੀ ਦੇ ਸਕਦੇ ਆ, ਜਾਂ ਫਿਰ ਬਾਅਦ ਵੀ ਦੇ ਸਕਦੇ ਆ, ਜਾਂ ਫਿਰ ਮੈਂਡੇਟਰੀ ਹੀ ਹੈ ਕਿ ਜਦੋਂ ਵੀ ਵਿਦਿਆਰਥੀ ਨੇ ਕਲਾਸ ਜੁਆਇਨ ਕਰਨੀ ਹੈ ਤਾਂ ਉਸ ਨੂੰ ਪਹਿਲਾਂ ਫੀਸ ਦੇਣੀ ਹੀ ਪਵੇਗੀ? ਬਾਰ-ਬਾਰ ਫੀਸ ਦੇਣ ਦੀ ਬਿਲਕੁਲ ਜ਼ਰੂਰਤ वन टाइम पेमेंट 2550 रुपए वन टाइम। लेकिन अगर ਅਸੀਂ ਇੰਸਟੀਚਿਊਟ ਫਿਜ਼ੀਕਲੀ ਜਾਂਦੇ ਤਾਂ ਉੱਥੇ ਦੇਖਦੇ ਕਿ ਸ਼ਾਇਦ 5-6000 ਰੁਪਏ ਤਾਂ ਪਰ ਮੰਥ ਦੀ ਹੁੰਦੀ ਹੈ। ਸਰ 12000 20000 10000 ਹਰ ਬੰਦਾ ਅਲੱਗ-ਅਲੱਗ ਲੈਂਦਾ ਹੈ। ਤੇ ਫਿਰ ਇੰਨਾ ਤੁਸੀਂ ਗੈਪ ਕਿਉਂ ਕੀ ਕਾਰਨ? ਸਰ ਇਹਦੇ ਕਾਸਟ ਹੀ ਘੱਟ ਆਈ ਹੈ। ਅਗਰ ਬੱਚਾ ਫਿਜ਼ੀਕਲੀ ਆ ਹੀ ਨਹੀਂ ਰਿਹਾ, ਘਰ ਬੈਠੇ ਤੁਸੀਂ ਉਹਦੇ ਕੋਲੋਂ 10000 20000 15000 ਲੈ ਰਹੇ ਹੋ, ਇਹ ਤੇ ਫਿਰ ਇਟ ਇਜ਼ ਇਨਜਸਟਿਸ। ਇੰਨੀ ਕਾਸਟ ਹੀ ਨਹੀਂ। ਨਮਸਕਾਰ, ਜਗਬਾਨੀ ਟੀਵੀ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਜਤਿਨ ਕੁਮਾਰ ਸ਼ਰਮਾ। ਕੋਰੋਨਾ ਵਾਇਰਸ ਦੇ ਕਰਕੇ ਜ਼ਿਆਦਾਤਰ ਕੰਮ ਧੰਦੇ ਲੀਹ ਤੋਂ ਥੱਲੇ ਆ ਗਏ ਸੀ ਤੇ ਹੁਣ ਜਿਵੇਂ ਹੀ ਕੋਰੋਨਾ ਵਾਇਰਸ ਦਾ ਅਸਰ ਕੋਈ ਥਾਵਾਂ ਤੇ ਘਟਦਾ ਜਾ ਰਿਹਾ ਹੈ ਤੇ ਉਸੇ ਤਰੀਕੇ ਨਾਲ ਹੁਣ ਜੋ ਕੰਮ ਧੰਦੇ ਸੀ ਉਹ ਵਾਪਸ ਲੀਹ ਤੇ ਆਣੇ ਸ਼ੁਰੂ ਹੋ ਗਏ ਨੇ। ਜੇਕਰ ਅਸੀਂ ਗੱਲ ਕਰੀਏ ਵਿਦਿਆਰਥੀਆਂ ਦੀ ਤਾਂ ਉਹਨਾਂ ਦਾ ਖਾਸਾ ਨੁਕਸਾਨ ਹੋਇਆ ਕਿਉਂਕਿ ਕਾਲਜਸ ਬੰਦ ਪਏ ਨੇ, ਸਕੂਲ ਬੰਦ ਪਏ ਨੇ, ਯੂਨੀਵਰਸਿਟੀਜ਼ ਬੰਦ ਪਈਆਂ ਨੇ, ਹੋਰ ਕੋਚਿੰਗ ਇੰਸਟੀਚਿਊਟਸ ਬੰਦ ਪਏ ਨੇ, ਤਾਂ ਵਿਦਿਆਰਥੀ ਕੀ ਕਰਨ ਕੁਝ ਨਹੀਂ ਸੀ ਪਤਾ। ਸਭ ਤੋਂ ਜ਼ਿਆਦਾ ਉਹਨਾਂ ਦਾ ਲਾਸ ਹੋ ਰਿਹਾ ਸੀ। ਪਰ ਫਿਰ ਇੱਕ ਹਨੇਰੇ ਦੇ ਵਿੱਚ ਇੱਕ ਲਾਈਟ ਦਿਖਾਈ ਦਿੱਤੀ, ਉਹ ਸੀ ਆਨਲਾਈਨ ਕਲਾਸਿਸ ਦੀ। ਲੋਕ ਲੈਣਾ ਵੀ ਪਸੰਦ ਕਰ ਰਹੇ ਨੇ। ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਲਈ ਸਟੂਡੀਓ ਦੇ ਵਿੱਚ ਇਸ ਵਕਤ ਖਾਸ ਮਹਿਮਾਨ ਮੌਜੂਦ ਨੇ। ਜਿਵੇਂ ਸਭ ਤੋਂ ਪਹਿਲਾਂ ਤੁਹਾਡਾ ਜਗਬਾਨੀ ਟੀਵੀ ਤੇ ਸਵਾਗਤ ਹੈ। ਥੈਂਕ ਯੂ ਸਰ। ਤੇ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਜੋ ਵਿਦਿਆਰਥੀ ਆਇਲਸ ਕਰਕੇ ਵਿਦੇਸ਼ ਜਾਣਾ ਚਾਹੁੰਦੇ ਸੀਗੇ, ਹੁਣ ਉਹ ਕੀ ਕਰਨ? ਸਰ ਆਪਣਾ ਟਾਈਮ ਵੇਸਟ ਕਰਨਾ ਤੇ ਬਹੁਤ ਵੱਡੀ ਬੇਵਕੂਫੀ ਹੈ। ਬਾਹਰ ਜਾਣਾ ਹੈ, ਟਾਈਮ ਲਿਮਿਟਡ ਹੈ, ਟਾਈਮ ਕਦੀ ਕਿਸੇ ਦੀ ਵੇਟ ਨਹੀਂ ਕਰਦਾ। ਤੇ ਬੈਸਟ ਹੈ ਕਿ ਇਸ ਟਾਈਮ ਆਨਲਾਈਨ ਕੋਚਿੰਗ ਹੀ ਲਿੱਤੀ ਜਾਏ। ਲੇਕਿਨ ਆਨਲਾਈਨ ਕੋਚਿੰਗ ਲੈਣ ਲਈ ਦਿਮਾਗ ਚਲਾਉਣਾ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਨਲਾਈਨ ਕੋਚਿੰਗ ਲੈ ਕਿੱਥੋਂ ਰਹੇ ਹੋ ਔਰ ਕਿਹਦੇ ਕੋਲ ਲੈ ਰਹੇ ਹੋ। ਆਨਲਾਈਨ ਕੋਚਿੰਗ ਦਾ ਇਹ ਮਤਲਬ ਨਹੀਂ ਹੈ ਕਿ ਕਿਸੇ ਵੀ ਸਾਈਟ ਤੇ ਜਾਓ ਔਰ ਤੁਸੀਂ ਉਹ ਸਮਾਨ ਡਾਊਨਲੋਡ ਕਰੋ ਔਰ ਕਹੋ ਜੀ ਆਨਲਾਈਨ ਕੋਚਿੰਗ ਹੈ, ਮੈਨੂੰ ਸਮਝ ਨਹੀਂ ਆ ਰਿਹਾ। ਸਭ ਤੋਂ ਪਹਿਲੇ ਦੇਖੋ ਕਿ ਤੁਹਾਡਾ ਟ੍ਰੀਟਮੈਂਟ ਕੌਣ ਕਰ ਰਿਹਾ ਹੈ, ਤੁਹਾਨੂੰ ਪੜ੍ਹਾ ਕੌਣ ਰਿਹਾ ਹੈ ਔਰ ਤੁਸੀਂ ਪੜ੍ਹ ਕੀ ਰਹੇ ਹੋ। दैट इज़ वेरी इंपॉर्टेंट। और मेरा तो बहुत लंबा एक्सपीरियंस है कि बच्चे नूं हैंडल किद्दां करना है। बच्चे नूं थोड़ी जी कन्फ्यूजन आई है एकदम अचानक ऑफलाइन तो जो ऑनलाइन च आया वो थोड़ा घबरा गया है कि ऑनलाइन है कि ऑनलाइन कुछ नहीं है। ऑनलाइन बिल्कुल ऑफलाइन वक्कन पढ़ी जाती है। ਉਹਦੇ 'ਚ कोई टाइम वेस्ट करन दी मेरे हिसाब से ज़रूरत नहीं पैनी। जी मैम, कि तुहाडी कोई कंपनी है जिस दे थ्रू ਤੁਸੀਂ ਵਿਦਿਆਰਥੀਆਂ ਨੂੰ ਆਇਲਸ ਦੀ ਕੋਚਿੰਗ ਦਿੰਦੇ ਹੋ? ਹਾਂਜੀ ਸਰ, ਬੱਚਿਆਂ ਨੇ YouTube ਤੇ ਬਹੁਤ ਦੇਖਿਆ ਹੋਏਗਾ। ਆਈ ਐਮ ਡਾਕਟਰ ਰੋਮਾ, ਆਈਲ ਇੰਟਰੋਡਿਊਸ ਯੂ ਮਾਈ ਸੈਲਫ। ਆਈ ਐਮ ਡਾਕਟਰ ਰੋਮਾ ਔਰ ਇਹ ਸਾਡੀ ਇੱਕ ਪ੍ਰੋਪਰ ਪਲੇਟਫਾਰਮ ਹੈ।
ਇਹ ਇੱਕ ਪ੍ਰੋਪਰ ਪਲੇਟਫਾਰਮ ਅਸੀਂ ਸਾਡੀ ਕੰਪਨੀ ਨੇ ਆਪਣਾ ਬਣਾਇਆ ਹੈ। ਆਈ ਹੈਵ ਡਿਜ਼ਾਈਨਡ ਐਨ ਐਪ ਫॉर ਯੂ। ਤੁਹਾਡੇ ਲਈ ਇੱਕ ਐਪ ਡਿਜ਼ਾਈਨ ਕੀਤੀ ਗਈ ਹੈ, ਬੜੀ ਫ੍ਰੈਂਡਲੀ ਐਪ। ਜਿਹੜਾ ਬੱਚਾ WhatsApp ਚਲਾਉਂਦਾ ਹੈ ਉਹ ਇਸ ਐਪ ਨੂੰ ਹੋਰ ਵੀ ਆਸਾਨੀ ਨਾਲ ਚਲਾ ਸਕਦਾ ਹੈ। ਇਹਦੇ ਵਿੱਚ ਚਾਰੋਂ ਮੋਡਿਊਲਸ ਡਿਸਕਸ ਕੀਤੇ ਹੈ। ਚਾਰੋਂ ਮੋਡਿਊਲਸ ਦੀ ਕੋਚਿੰਗ ਤੁਹਾਡੀਆਂ ਹੁੰਦੀਆਂ। ਕੋਚਿੰਗਸ ਦੇ ਨਾਲ ਨਾਲ ਤੁਹਾਡੇ ਕੋਲ ਮਟੀਰੀਅਲ ਹੈ, ਔਰ ਮਟੀਰੀਅਲ ਤੋਂ ਵੀ ਜ਼ਿਆਦਾ ਇੰਪੋਰਟੈਂਟ ਚੀਜ਼ ਹੈ ਤੁਹਾਡੀ ਲਾਈਵ ਕਲਾਸਿਸ ਹੁੰਦੀਆਂ। ਇਹਦੇ ਵਿੱਚ ਲਾਈਵ ਕੋਚਿੰਗਸ ਚੱਲਦੀਆਂ, ਤੁਹਾਨੂੰ ਪੜ੍ਹਾਇਆ ਜਾਂਦਾ ਹੈ। ਇਹ ਨਹੀਂ ਕਿ ਮਟੀਰੀਅਲ ਦੇ ਕੇ ਸੁੱਟਤਾ ਕਿ ਵੀ ਆਪਣੇ ਆਪ ਪੜ੍ਹਦੇ ਰਹੋ। ਬੱਚਾ ਜਦੋਂ ਬੁੱਕ ਖੋਲ੍ਹਦਾ ਹੈ ਡੈਫੀਨੇਟਲੀ ਉਹਨੂੰ ਪ੍ਰੋਬਲਮਸ ਆਉਂਦੀਆਂ, ਚਾਹੇ ਉਹ ਡਾਕਟਰ ਹੈ, ਇੰਜੀਨੀਅਰ ਹੈ ਜਾਂ +2 ਦਾ ਹੈ। ਇਹਦੇ ਵਿੱਚ ਕੋਈ ਕ੍ਰਾਈਟੇਰੀਆ ਨਹੀਂ ਹੈ ਕਿ ਜੀ +2 ਦਾ ਬੱਚਾ ਹੈ ਤੇ ਉਹ ਵਿਚਾਰੇ ਨੂੰ ਪੜ੍ਹਨਾ ਨਹੀਂ ਆਉਂਦਾ ਤੇ ਡਾਕਟਰ ਹੈ ਤੇ ਉਹ ਘਰ ਜਾਏਗਾ। ਆਈਲਸ ਇੱਕ ਟੈਕਨੀਕਲ ਚੀਜ਼ ਹੈ ਜਿਹਨੂੰ ਸਮਝਾਉਣਾ ਇੱਕ ਫਰਜ਼ ਵੀ ਬਣਦਾ ਹੈ ਔਰ ਜ਼ਰੂਰੀ ਵੀ ਹੈ। ਇਹਦੇ ਵਿੱਚ ਲਾਈਵ ਕਲਾਸਿਸ ਨਾਲ ਲੱਗੀਆਂ, 4 ਮੋਡਿਊਲਸ, ਚਾਰੋਂ ਮੋਡਿਊਲਸ ਦੇ ਮੇਰੇ ਲੈਕਚਰਸ। ਜਿਸ ਤਰ੍ਹਾਂ ਮੈਂ ਕਲਾਸ 'ਚ ਪੜ੍ਹਾਉਂਦੀ ਹਾਂ ਉਸ ਤਰ੍ਹਾਂ ਹੀ ਮੈਂ ਪੜ੍ਹਾਤਾ ਹੈ। ਬੱਚੇ ਨੂੰ ਡਿਫਰੈਂਸ ਹੀ ਨਹੀਂ ਲੱਗੇਗਾ ਕਿ ਉਹ ਕਲਾਸ 'ਚ ਬੈਠਾ ਹੈ ਜਾਂ ਆਪਣੇ ਘਰ ਬੈਠ ਕੇ ਪੜ੍ਹ ਰਿਹਾ ਹੈ। ਫ਼ਰਕ ਸਿਰਫ ਇੰਨਾ ਹੈ ਕਿ ਉੱਥੇ ਆਪਣੇ ਘਰ ਹੈ, ਇੱਥੇ ਸਕਰੀਨ ਤੇ ਪੜ੍ਹ ਰਿਹਾ ਹੈ। ਜਿਵੇਂ ਇੰਡੀਆ ਦੇ ਵਿੱਚ ਆਨਲਾਈਨ ਕਲਾਸਿਸ ਦਾ ਜੋ ਚਲਨ ਸੀ ਬਹੁਤ ਜ਼ਿਆਦਾ ਨਹੀਂ ਸੀ, ਪਰ ਹੁਣ ਕਰੋਨਾ ਵਾਇਰਸ ਦੇ ਕਰਕੇ ਹਾਲਾਤ ਚੇਂਜ ਹੋ ਰਹੇ ਨੇ। ਲੋਕ ਆਨਲਾਈਨ ਕਲਾਸਿਸ ਦੇ ਵੱਲ ਜਾ ਵੀ ਰਹੇ ਨੇ। ਪਰ ਅਸੀਂ ਤੁਹਾਡੇ ਤੋਂ ਇੱਕ ਸਵਾਲ ਇਹ ਪੁੱਛਣਾ ਚਾਹਾਂਗੇ ਕਿ ਇੱਕ ਤਾਂ ਪਹਿਲਾਂ ਸਿਚੁਏਸ਼ਨ ਸੀ ਕਿ ਵਿਦਿਆਰਥੀ ਇੱਕ ਇੰਸਟੀਚਿਊਟ ਦੇ ਵਿੱਚ ਜਾਂਦੇ ਸੀ, ਕਲਾਸ ਦੇ ਵਿੱਚ ਬੈਠਦੇ ਸੀ, ਅਧਿਆਪਕ ਵੀ ਉਹਨਾਂ ਦੇ ਸਾਹਮਣੇ ਹੁੰਦਾ ਸੀ, ਉਸ ਦੇ ਥਰੂ ਉਹ ਪੜ੍ਹਾਈ ਕਰਦੇ ਸੀ। ਪਰ ਹੁਣ ਸਭ ਕੁਝ ਉਲਟ ਹੈ। ਨਾ ਤਾਂ ਉਹਨਾਂ ਨੇ ਕਿਸੇ ਇੰਸਟੀਚਿਊਟ ਦੇ ਵਿੱਚ ਜਾਣਾ ਹੈ, ਨਾ ਹੀ ਕਲਾਸ ਦੇ ਵਿੱਚ ਬਹਿਣਾ ਹੈ, ਤੇ ਨਾ ਹੀ ਅਧਿਆਪਕ ਉਹਨਾਂ ਦੇ ਸਾਹਮਣੇ ਫਿਜ਼ੀਕਲੀ ਪ੍ਰੈਜ਼ੈਂਟ ਹੈ। ਇਹ ਕਿੰਨਾ ਕੁ ਹੁਣ ਤਬਦੀਲੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਲੋਕ ਇਸ ਚੀਜ਼ ਨੂੰ ਅਡਾਪਟ ਕਰ ਰਹੇ ਨੇ, ਕਿ ਇਹ ਚੀਜ਼ ਕੰਫਰਟੇਬਲ ਹੈ? ਸਰ, ਨਵੀਂ ਚੀਜ਼ ਨੂੰ ਅਡੈਪਟ ਕਰਦਿਆਂ ਥੋੜ੍ਹਾ ਟਾਈਮ ਤਾਂ ਲੱਗਦਾ ਹੈ, ਬਟ ਇਟ ਇਜ਼ ਸੈਡ ਕਿ ਲਾਅ ਜਿਹੜਾ ਹੈ ਹਮੇਸ਼ਾ ਚੇਂਜ ਇਜ਼ ਦ ਲਾਅ ਆਫ ਨੇਚਰ। ਚੇਂਜ ਦੇ ਨਾਲ ਕੁਛ ਨਾ ਕੁਛ ਬੈਟਰਮੈਂਟਸ ਵੀ ਆਉਂਦੀਆਂ, ਔਰ ਅਗਰ ਅਸੀਂ ਅਡੈਪਟ ਕਰ ਲਈਏ ਆਪਣੇ ਆਪ ਨੂੰ। ਪਹਿਲੇ ਅਸੀਂ ਇੱਕ ਚਿੱਠੀ ਲਿਖਦੇ ਸੀ, ਲੈਟਰ ਲਿਖਦੇ ਸੀ, ਔਰ 4 ਦਿਨ ਵੇਟ ਕਰਦੇ ਸੀ ਕਿ ਲੈਟਰ ਪਹੁੰਚੇਗੀ ਫਿਰ ਜਵਾਬ ਆਏਗਾ। ਅੱਜ ਮੇਲ ਤੇ ਤੁਸੀਂ 1 ਮਿੰਟ 'ਚ ਗੱਲ ਕਰਦੇ ਹੋ, ਕੰਫਰਟੇਬਲ ਹੀ ਹੋ ਨਾ। ਆਨਲਾਈਨ ਵੀ ਤੁਹਾਨੂੰ ਕੰਫਰਟੇਬਲ ਲੱਗਣਾ ਹੈ, ਬਿਲਕੁਲ ਡਿਫਿਕਲਟ ਨਹੀਂ ਲੱਗਣਾ। ਤੁਸੀਂ ਆਪਣੀ ਐਪ ਖੋਲੋ, ਤੁਸੀਂ ਆਪਣਾ ਮੋਬਾਈਲ, ਲੈਪਟਾਪ, ਐਂਡਰੋਇਡ, ਐਪਲ, ਜੋ ਵੀ ਤੁਹਾਡੇ ਕੋਲ ਡਿਵਾਈਸ ਹੈ ਜਿਹਦੇ ਉੱਪਰ ਇੰਟਰਨੈਟ ਚੱਲਦਾ ਹੈ, ਅਗਰ ਤੁਸੀਂ ਉਹਨੂੰ ਕਲਿੱਕ ਕਰੋਗੇ ਹਰ ਚੀਜ਼ ਉੱਥੇ ਲਿਖੀ ਹੈ। ਉਹਨੂੰ ਕਲਿੱਕ ਕਰੋਗੇ ਤੇ ਆਰਾਮ ਦੇ ਨਾਲ ਹਰ ਚੀਜ਼ ਸੁਣ ਲਓਗੇ, ਔਰ ਸੁਣਨ ਦੇ ਨਾਲ ਨਾਲ ਪੜ੍ਹੋਗੇ, ਕਿਉਂਕਿ ਮੇਰੇ ਲੈਕਚਰਸ ਉਹਦੇ ਵਿੱਚ ਹੈਗੇ ਹੈ। ਲੈਕਚਰਸ ਹੈ, ਇੱਕ ਮੋਡਿਊਲ ਲਿੱਤਾ ਹੈ, ਇੱਕ ਟੌਪਿਕ ਲਿੱਤਾ ਹੈ, ਇੱਕ ਯੂਨਿਟ ਲਿੱਤਾ ਹੈ ਮੈਂ, ਔਰ ਉਹਨੂੰ ਮੈਂ ਐਕਸਪਲੇਨ ਕੀਤਾ। ਜਦੋਂ ਬੱਚਾ ਸਾਹਮਣੇ ਪੜ੍ਹਦਾ ਹੈ ਔਰ ਸੁਣਦਾ ਹੈ, ਉਹਨੂੰ ਸਮਝ ਜ਼ਿਆਦਾ ਆਉਂਦੀ ਹੈ। ਫਿਰ ਇਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਚੀਜ਼ ਹੈ, ਇਹੀ ਚੀਜ਼ ਨੂੰ ਮੈਂ ਲਾਈਵ ਸੈਸ਼ਨ 'ਚ ਲੈ ਜਾਣਾ ਹੈ। ਲਾਈਵ ਕਲਾਸ ਲੱਗਣੀ ਹੈ ਤੁਹਾਡੀ। ਤੁਸੀਂ ਆਪਣੇ ਡਾਊਟਸ ਲਿਖਣੇ ਹੈ ਕਿ ਮੈਮ ਮੈਂ ਅਜੇ ਪੜ੍ਹਿਆ, ਮੈਨੂੰ ਇੱਥੇ ਇਹ ਸਮਝ ਨਹੀਂ ਆਇਆ। ਕੋਈ ਨਹੀਂ ਸਮਝ ਨਹੀਂ ਆਇਆ, ਉਹਨੂੰ ਸਮਝਾਤਾ। ਜਦੋਂ ਉਹਨੂੰ ਸਮਝਾਵਾਂਗੀ ਉਹਦੇ ਨਾਲ ਬਾਕੀਆਂ ਦਾ ਵੀ ਬੈਨੀਫਿਟ ਹੋਏਗਾ। ਬੈਚ ਸਾਈਜ਼ਸ ਮੇਰੇ ਬੜੇ ਛੋਟੇ ਹੈਗੇ ਹੈ, ਜਿੰਨਿਆਂ ਨੂੰ ਮੈਂ ਪੜ੍ਹਾ ਸਕਦੀ ਹਾਂ ਉਨੇ ਛੋਟੇ ਛੋਟੇ ਬੈਚਸ ਬਣਾਏ ਆ ਮੈਂ, ਔਰ ਬੱਚੇ ਨੂੰ ਡਿਫਿਕਲਟੀ ਨਹੀਂ ਆਏਗੀ। ਔਰ ਆਪਣੇ ਆਪ ਨੂੰ ਐਡਜਸਟ ਕਰਨਾ ਵਕਤ ਦੇ ਨਾਲ ਮੇਰਾ ਖਿਆਲ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਮੈਮ ਕੋਚਿੰਗ ਦਾ ਫਾਰਮੈਟ ਕੀ ਹੈ? ਤੁਸੀਂ ਜੋ ਵਿਦਿਆਰਥੀ ਪੜ੍ਹਦੇ ਨੇ ਤੁਹਾਡੇ ਥਰੂ ਉਹਨਾਂ ਨੂੰ ਕਿਸ ਤਰੀਕੇ ਨਾਲ ਪੜ੍ਹਾਉਂਦੇ ਹੋ? ਕਿ ਫੇਸਬੁੱਕ ਦੇ ਥਰੂ ਤੁਸੀਂ ਉਹਨਾਂ ਨੂੰ ਕਲਾਸਿਸ ਦਿੰਦੇ ਹੋ, YouTube ਦੇ ਉੱਤੇ ਤੁਹਾਡੇ ਜੋ ਲੈਕਚਰਸ ਵਗੈਰਾ ਹੋਣਗੇ ਉਹ ਪਏ ਨੇ, ਜਾਂ ਫਿਰ ਤੁਸੀਂ ਵੀਡੀਓਜ਼ ਬਣਾ ਕੇ ਵਿਦਿਆਰਥੀਆਂ ਨੂੰ ਸੈਂਡ ਕਰਦੇ ਹੋ? ਅਸੀਂ ਪੁੱਛਣਾ ਚਾਹੁੰਦੇ ਕਿ ਪਲੇਟਫਾਰਮ ਕੀ ਹੈ? ਅਗਰ ਕੋਈ ਆਨਲਾਈਨ ਸਟੱਡੀ ਕਰਨਾ ਚਾਹੁੰਦਾ ਵਿਦਿਆਰਥੀ, ਤਾਂ ਉਸ ਵਿਦਿਆਰਥੀ ਨੂੰ ਤੁਸੀਂ ਕਿਸ ਤਰੀਕੇ ਨਾਲ ਪੜ੍ਹਾਓਗੇ? ਸਰ, ਇਹ ਇੱਕ ਪੂਰਾ ਕੋਰਸ ਹੈ, ਇੱਕ ਪੂਰਾ ਡਿਜੀਟਲ ਤੇ ਇਹਨੂੰ ਨਹੀਂ ਕਵਾਂਗੇ ਅਸੀਂ, ਇਹਨੂੰ ਅਸੀਂ ਕਹਾਂਗੇ ਕਿ ਇੱਕ ਪੂਰੇ ਦਾ ਪੂਰਾ ਕੋਰਸ ਹੈਗਾ, ਮਟੀਰੀਅਲ ਹੈ। ਔਰ ਇਹਦੇ ਵਿੱਚ ਇੱਕ ਸਭ ਤੋਂ ਇੰਪੋਰਟੈਂਟ ਚੀਜ਼ ਇਹਦੇ ਵਿੱਚ ਕੋਚਿੰਗਸ ਹੈਗੀਆਂ। ਕੋਚਿੰਗਸ ਹੈਗੀਆਂ ਜਿੱਦਾਂ ਮੈਂ ਕਲਾਸ 'ਚ ਪੜ੍ਹਾਉਂਦੀ ਹਾਂ, ਜਿਹੜੇ ਮੈਂ ਲੈਕਚਰ ਕਲਾਸ 'ਚ ਦੇ ਕੇ ਬੱਚੇ ਨੂੰ ਸਮਝਾਉਂਦੀ ਹਾਂ, ਉਹੀ ਲੈਕਚਰ ਮੈਂ ਸਾਹਮਣੇ ਮਟੀਰੀਅਲ ਰੱਖ ਕੇ ਉਹਨੂੰ ਸਮਝਾ ਦਿੱਤਾ। ਜਦੋਂ ਮੈਂ ਉਹਨੂੰ ਉਹ ਮਟੀਰੀਅਲ ਰੱਖ ਕੇ ਸਮਝਾਇਆ, ਲਾਈਵ ਕੋਚਿੰਗਸ ਉਹਨੂੰ ਦਿੱਤੀਆਂ, ਉਹ ਬੱਚੇ ਦੀ ਸਮਝ 'ਚ ਆ ਗਿਆ। ਹੁਣ ਜਿਸ ਤਰ੍ਹਾਂ ਇੱਕ ਬੁੱਕ ਖੋਲੀ ਹੈ, ਬੁੱਕ ਦੇ ਵਿੱਚ ਜੋ ਲਿਖਿਆ ਹੈ ਉਹਨੂੰ ਅਗਰ ਮੈਂ ਬੋਲ ਕੇ ਸਮਝਾਵਾਂਗੀ ਉਹਨੂੰ ਸਮਝ ਆ ਜਾਏਗਾ। ਇਹਦੇ ਵਿੱਚ ਕੋਈ ਰਿਕਾਰਡਡ ਤੁਸੀਂ ਕਹੋ ਫੇਸਬੁੱਕ ਤੋਂ ਜਾਂ YouTube ਤੋਂ ਵੀਡੀਓਜ਼ ਲਿੱਤੀਆਂ, ਉਹ ਨਹੀਂ ਹੈਗੀਆਂ। ਉਹ ਇੱਕ ਸੈਪਰੇਟ ਚੀਜ਼ ਹੈਗੀ ਹੈ। ਇਹਦੇ ਵਿੱਚ ਇੱਕ ਲਾਈਵ ਕੋਚਿੰਗਸ ਚੱਲਦੀਆਂ ਪਈਆਂ। ਜੀ ਮੈਮ, ਇਸ ਤੋਂ ਇਲਾਵਾ ਅਗਰ ਕੋਈ ਵਿਦਿਆਰਥੀਆਂ ਦੇ ਕੁਐਸਚਨ ਆਨਸਰਸ ਨੇ, ਉਹਨਾਂ ਨੂੰ ਤੁਸੀਂ ਕਿਵੇਂ ਕਲੀਅਰ ਕਰਦੇ ਹੋ? ਅਗਰ ਵਿਦਿਆਰਥੀਆਂ ਦੇ ਹੀ ਕੋਈ ਡਾਊਟ ਨੇ, ਤੁਸੀਂ ਉਹਨਾਂ ਨੂੰ ਕਿਸ ਤਰੀਕੇ ਨਾਲ ਕਲੀਅਰ ਕਰੋਗੇ? ਮੈਂ ਚਾਹੂੰਗਾ ਕਿ ਤੁਸੀਂ ਸਾਡੇ ਦਰਸ਼ਕਾਂ ਨੂੰ ਇਹ ਵੀ ਸਾਂਝਾ ਕਰੋ ਗੱਲ। ਰੋਜ਼ 1.5-2 ਘੰਟੇ ਕਲਾਸ ਚੱਲਦੀ ਹੈ ਇੱਕ ਬੱਚੇ ਦੀ। ਜੋ ਚੀਜ਼ ਉਹਨੂੰ ਸਮਝ ਨਹੀਂ ਆਈ ਉਹਨੂੰ ਡਿਟੇਲ 'ਚ ਸਮਝਾਇਆ ਜਾਂਦਾ ਹੈ, ਔਰ ਇਹਦੇ ਵਿੱਚ ਪ੍ਰੋਵੀਜ਼ਨਸ ਹੈਗੀਆਂ। ਰੀਡਿੰਗਸ ਨੂੰ ਉਹ ਡਾਊਨਲੋਡ ਕਰ ਸਕਦਾ ਹੈ,
PDF ਸੀਗੀਆਂ, ਅਗਰ ਉਹਨੂੰ ਕੰਪਿਊਟਰ ਦੇ ਉੱਤੇ ਬੱਚੇ ਦੀ ਅੱਖਾਂ ਥੱਕ ਜਾਂਦੀਆਂ ਰੀਡਿੰਗ ਕਰਦਿਆਂ, ਉਹਨੂੰ ਡਾਊਨਲੋਡ ਕਰਕੇ ਅੰਡਰਲਾਈਨ ਕਰਕੇ ਤੇ ਆਪਣੇ ਆਪ ਘਰ ਬੈਠ ਕੇ ਕਰ ਸਕਦਾ ਹੈ। ਫਿਰ ਉਹ ਰੀਡਿੰਗ ਦੇ ਪ੍ਰੋਪਰ ਐਨਾਲਿਸਿਸ ਕਲਾਸ 'ਚ ਹੋਣਗੇ। ਇਹ ਬਿਲਕੁਲ ਇੱਕ ਕਲਾਸ ਹੈ, ਆਨਲਾਈਨ ਕਲਾਸ ਹੈ ਸਰ। ਕੀ ਇਸ ਦੇ ਵਿੱਚ ਟਾਈਮ ਦੀ ਫਲੈਕਸੀਬਿਲਿਟੀ ਮਿਲੇਗੀ? ਮੈਮ ਅਗਰ ਕੋਈ ਵਿਦਿਆਰਥੀ ਹੈ, ਮੰਨ ਲਓ ਕਿ ਉਹ ਦਿਨੇ ਫ੍ਰੀ ਨਹੀਂ ਹੈ, ਉਹ ਸ਼ਾਮ ਨੂੰ ਕਲਾਸਿਸ ਲੈਣਾ ਚਾਹੁੰਦਾ ਹੈ, ਕੀ ਇਸ ਦਾ ਵੀ ਕੋਈ ਤੁਹਾਡੇ ਕੋਲ ਹੱਲ ਹੈ, ਕੋਈ ਆਪਸ਼ਨ ਹੈ ਕਿ ਅਗਰ ਜਦੋਂ ਵੀ ਵਿਦਿਆਰਥੀ ਫ੍ਰੀ ਹੋਵੇ ਤੁਸੀਂ ਉਦੋਂ ਹੀ ਉਹਨਾਂ ਨੂੰ ਪੜ੍ਹਾ ਸਕੋ? ਤੁਸੀਂ ਸਾਨੂੰ ਇਹ ਵੀ ਗੱਲ ਥੋੜ੍ਹੇ ਅਗਰ ਕਲੀਅਰ ਕਰੋ ਤਾਂ ਚੰਗਾ ਹੋਵੇਗਾ। ਸਰ ਇਟਸ ਅ ਵੈਰੀ ਗੁੱਡ ਕੁਐਸਚਨ। ਆਨਲਾਈਨ ਦਾ ਮਤਲਬ ਹੀ ਹੈ ਫਲੈਕਸੀਬਿਲਿਟੀ। ਆਨਲਾਈਨ ਦਾ ਮਤਲਬ ਹੈ ਕਿ ਜਦੋਂ ਤੁਹਾਡੇ ਕੋਲ ਟਾਈਮ ਹੈ ਤੁਸੀਂ ਕਰ ਲਓ। ਆਨਲਾਈਨ ਦੇ ਨਾਲ ਬੱਚੇ ਕੀ ਕਰਦੇ ਆ, ਕੰਮ ਵੀ ਕਰਦੇ ਆ, ਜੌਬਸ ਵੀ ਕਰਦੇ ਆ ਔਰ ਪੜ੍ਹਾਈ ਵੀ ਕਰਦੇ ਆ। ਆਨਲਾਈਨ ਜਦੋਂ ਮੇਰੀ ਲਾਈਵ ਕਲਾਸ ਚੱਲ ਰਹੀ ਹੈ, ਇਹਦੇ ਵਿੱਚ ਟੈਕਨੋਲੋਜੀ ਦੀ ਇੰਨੀ ਵੱਡੀ ਬਲੇਸਿੰਗਸ ਹੈਗੀਆਂ ਕਿ ਅਗਰ ਸਪੋਜ਼ ਤੁਹਾਨੂੰ ਉਹ ਕਲਾਸ ਦੇ ਟਾਈਮ ਤੇ ਕੋਈ ਕੰਮ ਪੈ ਗਿਆ, ਤੁਸੀਂ ਬਿਜ਼ੀ ਹੋ ਗਏ ਜਾਂ ਕਿਤੇ ਚਲੇ ਗਏ ਜਾਂ ਤੁਸੀਂ ਕਲਾਸ ਮਿਸ ਕਰ ਗਈ, ਕੋਈ ਘਬਰਾਉਣ ਦੀ ਗੱਲ ਨਹੀਂ। ਉਹ ਲੈਕਚਰ ਜਿਹੜਾ ਲਾਈਵ ਲੈਕਚਰ ਹੈ, ਸਾਡਾ ਲਾਈਵ ਕੋਚਿੰਗ ਲੈਕਚਰ ਹੈ, ਉਹ 48 ਆਵਰਸ ਤੱਕ ਤੁਹਾਡੀ ਐਪ 'ਚ ਰਹੇਗਾ, ਤੁਹਾਡੀ ਗੈਲਰੀ 'ਚ ਰਹੇਗਾ। ਤੁਸੀਂ ਉਹਨੂੰ ਖੋਲੋ ਔਰ ਦੇਖ ਲਓ। ਇਟ ਇਜ਼ ਨਾਟ ਡਿਫਿਕਲਟ। ਐਪ ਨੇ ਤੇ ਸਾਨੂੰ ਟੈਕਨੋਲੋਜੀ ਹੈਜ਼ ਰੀਅਲੀ ਬੈਨੀਫਿਟਡ ਅਸ। ਅਗਰ ਅਸੀਂ ਉਹਦੇ ਬੈਨੀਫਿਟਸ ਦੇਖੀਏ ਤੇ ਬਹੁਤ ਜ਼ਿਆਦਾ ਹੈਗੇ। ਬਿਲਕੁਲ। ਤਾਂ ਮੈਮ ਇਹ ਵੀ ਆਪਾਂ ਕਹਿ ਸਕਦੇ ਹਾਂ ਕਿ ਜਦੋਂ ਰੀਅਲ ਟਾਈਮ ਦੇ ਵਿੱਚ ਫਿਜ਼ੀਕਲੀ ਅਗਰ ਕੋਈ ਵਿਦਿਆਰਥੀ ਕੋਚਿੰਗ ਇੰਸਟੀਚਿਊਟ ਦੇ ਵਿੱਚ ਜਾ ਕੇ ਪੜ੍ਹਦਾ ਹੈ ਤਾਂ ਜਦੋਂ ਜਿਵੇਂ ਹੀ ਉਹਨਾਂ ਦੀ ਕਲਾਸ ਖਤਮ ਹੁੰਦੀ ਹੈ ਤਾਂ ਸਭ ਕੁਝ ਐਂਡ। ਲੇਕਿਨ ਅਗਰ ਅਸੀਂ ਆਨਲਾਈਨ ਕਲਾਸਿਸ ਲੈਂਦੇ ਹਾਂ ਤਾਂ ਇਸ ਦਾ ਮਤਲਬ ਇਹ ਵੀ ਕਿਹਾ ਜਾ ਸਕਦਾ ਹੈ ਕਿ ਜੋ ਮਟੀਰੀਅਲ ਹੈ, ਜੋ ਤੁਹਾਡੇ ਇੰਸਟੀਚਿਊਟ ਵੱਲੋਂ ਵਿਦਿਆਰਥੀਆਂ ਨੂੰ ਦਿੱਤਾ ਜਾਂਦਾ ਹੈ, ਕਿ ਉਸ ਦੇ ਕੋਲ ਪਿਆ ਹੁੰਦਾ ਮਟੀਰੀਅਲ, ਜਦੋਂ ਵੀ ਉਸ ਨੂੰ ਰਿਵਾਈਜ਼ ਕਰਨਾ ਚਾਹੇ ਤਾਂ ਉਹ ਵਿਦਿਆਰਥੀ ਕਰ ਸਕਦਾ ਹੈ। ਕਿ ਇਹ ਬਿਲਕੁਲ ਇਸੇ ਤਰੀਕੇ ਨਾਲ ਹੀ ਹੈ ਕਿ ਤੁਸੀਂ ਆਪਣਾ ਮਟੀਰੀਅਲ ਉਹਨਾਂ ਤੱਕ ਪਹੁੰਚਾ ਦਿੰਦੇ ਹੋ ਤੇ ਉਹਨਾਂ ਕੋਲ ਸੇਵ ਰਹਿੰਦਾ ਹੈ? ਸਰ ਇਹਦਾ ਬਹੁਤ ਵੱਡਾ ਬੈਨੀਫਿਟ ਹੈਗਾ ਕਿ ਕਲਾਸ ਦੇ ਵਿੱਚ ਮੈਂ ਲੈਕਚਰ ਦਿੱਤਾ, ਮੈਂ ਬਾਹਰ ਆ ਗਈ, ਬੱਚਿਆਂ ਨੂੰ ਬੜਾ ਮਜ਼ਾ ਆਇਆ ਸੁਣ ਕੇ, ਲੇਕਿਨ 100% ਤੇ ਰਿਟੇਨ ਨਹੀਂ ਹੋ ਸਕਦਾ ਨਾ, ਔਰ 100% ਨੋਟਸ ਵੀ ਨਹੀਂ ਬਣ ਸਕਦੇ। ਇਹਦਾ ਬੈਨੀਫਿਟ ਹੈ ਕਿ ਜਿਹੜਾ ਮੇਰਾ ਲੈਕਚਰ ਹੈ ਉਹ ਰਿਕਾਰਡਡ ਹੈ। ਬੱਚਾ 24/7 24 ਘੰਟੇ 7 ਦਿਨ ਜਿੰਨੀ ਵਾਰ ਮਰਜ਼ੀ ਦੇਖੇ, ਜਿੰਨੀ ਵਾਰ ਮਰਜ਼ੀ ਸੁਣੇ, ਉਹਨੂੰ ਸਟਾਪ ਕਰਕੇ ਕਾਪੀ ਪੈਨਸਿਲ ਤੇ ਨੋਟਸ ਬਣਾਏ। ਇਹਦੇ ਨਾਲ ਉਹਦੀ ਸਟੱਡੀਜ਼ ਬਹੁਤ ਅੱਛੀ ਹੁੰਦੀ ਹੈ। ਔਰ ਇਹ ਚੀਜ਼ ਮੈਂ ਇਸ ਲਈ ਕਹਿ ਰਹੀ ਹਾਂ ਕਿਉਂਕਿ ਇਹਦੇ ਨਾਲ ਰਿਜ਼ਲਟਸ ਬੜੇ ਆਏ ਹੈ। ਜਿਹੜੇ ਬੱਚੇ ਸਾਡੇ ਚੈਨਲਸ ਦੇ ਨਾਲ ਜੁੜੇ ਹੈ ਉਹਨਾਂ ਨੂੰ ਪਤਾ ਹੈ ਕਿ ਸਾਡੇ ਰਿਜ਼ਲਟਸ ਕਿੰਨੇ ਅੱਛੇ ਹੈ, ਔਰ ਆਨਲਾਈਨ ਨੇ ਸਾਨੂੰ ਬਹੁਤ ਅੱਛੇ ਰਿਜ਼ਲਟਸ ਦਿੱਤੇ ਹੈ। ਸੋ ਆਈ ਐਮ ਵੈਰੀ ਸ਼ੋਰ ਅਬਾਊਟ ਇਟ ਕਿ ਇਹਦੇ ਵਿੱਚ ਕੋਈ ਘਬਰਾਉਣ ਦੀ ਗੱਲ ਨਹੀਂ। ਬਟ ਬੱਚਾ, ਹਾਂ, ਮੇਰੀ ਇਹ ਇੱਕ ਐਡਵਾਈਸ ਜ਼ਰੂਰ ਹੈ ਕਿ ਬੱਚਾ ਇਹ ਦੇਖ ਲੈ ਕਿ ਉਹ ਆਨਲਾਈਨ ਲੈ ਕੇ ਦੇ ਕੋਲੋਂ ਰਿਹਾ ਹੈ। ਇਹ ਤੇ ਨਹੀਂ ਕਿ ਸਬ ਸਟੈਂਡਰਡ ਮਟੀਰੀਅਲ ਲੈ ਕੇ ਕਿਤੇ ਇੱਧਰੋਂ ਉੱਧਰੋਂ ਇਕੱਠਾ ਕਰਕੇ ਤੇ ਡਿਸਸੈਟਿਸਫਾਈਡ ਹੋ ਕੇ ਬੈਠ ਗਿਆ ਔਰ ਕਹਿ ਰਿਹਾ ਹੈ ਕਿ ਮੈਂ ਆਨਲਾਈਨ ਪੜ੍ਹਨਾ ਹੀ ਨਹੀਂ। ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਕੁਆਲਿਟੀ ਲਓਗੇ ਤੇ ਡੈਫੀਨੇਟਲੀ ਕੁਆਲਿਟੀ ਰਿਜ਼ਲਟਸ ਆਏ। ਤੇ ਮੈਮ ਜਿਵੇਂ ਹੀ ਆਨਲਾਈਨ ਦੀ ਗੱਲ ਆਉਂਦੀ ਹੈ ਤਾਂ ਇੱਕ ਸ਼ਬਦ ਹੈ ਉਹ ਆਟੋਮੈਟਿਕਲੀ ਲੋਕਾਂ ਦੇ ਦਿਮਾਗ ਦੇ ਵਿੱਚ ਆ ਜਾਂਦਾ ਹੈ, ਉਹ ਹੁੰਦਾ ਠੱਗੀ। ਕਿ ਮੈਮ ਇਸ ਦੀ ਵੀ ਤਾਂ ਪੋਸੀਬਿਲਿਟੀ ਹੈ ਨਾ ਕਿ ਅਗਰ ਤੁਸੀਂ ਆਨਲਾਈਨ ਕਲਾਸਿਸ ਦੇ ਬਦਲੇ ਵਿਦਿਆਰਥੀਆਂ ਤੋਂ ਪੈਸੇ ਤਾਂ ਲੈ ਲੈਂਦੇ ਹੋ, ਲੇਕਿਨ ਉਸ ਦੇ ਵਿੱਚ ਗਰੁੱਪ ਹੀ ਐਡਾ ਵੱਡਾ ਹੋਵੇ ਤੇ ਉਹਨਾਂ ਨੂੰ ਬੜੀ ਦਿੱਕਤ ਆਉਂਦੀ ਹੋਵੇ, ਉਹ ਸਹੀ ਤਰੀਕੇ ਨਾਲ ਪੜ੍ਹਾਈ ਨਾ ਕਰ ਪਾਉਣ ਤੇ ਜੋ ਉਹਨਾਂ ਦੇ ਕੁਐਸਚਨ ਆਨਸਰ ਨੇ, ਜੋ ਡਾਊਟ ਨੇ, ਉਹ ਕਲੀਅਰ ਨਾ ਹੁੰਦੇ ਸਕਣ। ਇਸ ਦੀ ਵੀ ਪੋਸੀਬਿਲਿਟੀ ਹੈ ਕਿ ਤੁਸੀਂ ਇਸ ਚੀਜ਼ ਦਾ, ਜੋ ਸਾਡੇ ਦਰਸ਼ਕ ਨੇ ਜੋ ਚਾਹੁੰਦੇ ਆ ਕਿ ਉਹ ਤੁਹਾਨੂੰ ਜੁਆਇਨ ਕਰਨ, ਕਿ ਉਹਨਾਂ ਨੂੰ ਤੁਸੀਂ ਭਰੋਸਾ ਦੇ ਸਕਦੇ ਹੋ ਕਿ ਇਸ ਵਿੱਚ ਕੋਈ ਠੱਗੀ ਨਹੀਂ ਹੈ, ਬਲਕਿ ਅਸੀਂ ਪੂਰੀ ਇਮਾਨਦਾਰੀ ਦੇ ਨਾਲ ਤੁਹਾਨੂੰ ਪੜ੍ਹਾਵਾਂਗੇ? ਇਹੋ ਜਿਹੀ ਚੀਜ਼ ਹੈ ਹੀ ਨਹੀਂ। ਬੈਚ ਸਾਈਜ਼ ਦੀ ਮੈਂ ਗੱਲ ਕਰ ਰਿਹਾ। ਬੈਚ ਸਾਈਜ਼ ਸਰ, ਮੈਂ ਦੇਖੋ ਇੱਕ ਹਿਊਮਨ ਬੀਇੰਗ ਦੀ ਇੱਕ ਲਿਮਿਟਸ ਹੁੰਦੀਆਂ, ਉਹ ਜਿੰਨਾ ਕੰਮ ਕਰ ਸਕਦਾ ਉਨਾ ਹੀ ਲਏਗਾ। ਪਲੇਟ 'ਚ ਉਨੀ ਉਹ ਰੋਟੀ ਪਾਏਗਾ ਜਿੰਨੀ ਉਹ ਖਾ ਸਕਦਾ ਹੈ। ਮੈਂ ਬੈਚ ਸਾਈਜ਼ ਇੰਨਾ ਵੱਡਾ ਕਰ ਹੀ ਨਹੀਂ ਸਕਦੀ। ਅਗਰ ਮੈਂ ਪ੍ਰੋਮਿਸ ਕਰ ਰਹੀ ਹਾਂ ਕਿ ਲਾਈਵ ਲੈਕਚਰਸ ਹੈ, ਜਿਹੜੇ ਬੱਚੇ ਸਾਡੇ ਨਾਲ ਜੁੜੇ ਹੈ ਉਹਨਾਂ ਨੂੰ ਅੱਛੀ ਤਰ੍ਹਾਂ ਪਤਾ ਹੈ ਕਿ ਇਹਦੇ ਵਿੱਚ ਵੇਟਿੰਗ ਬੜੀ ਲੰਬੀ ਚੱਲਦੀ ਹੈ। ਬੱਚਾ ਅਗਰ ਅੱਜ ਨਾਮ ਲਿਖਵਾ ਰਿਹਾ ਤੇ ਉਹਦੀ ਵਾਰੀ ਉਦੋਂ ਹੀ ਆਉਂਦੀ ਹੈ ਜਦੋਂ ਸੀਟ ਅਵੇਲੇਬਲ ਹੋਏ। ਬੈਚਸ ਦੇ ਟਾਈਮਿੰਗਸ ਹੈਗੇ ਹੈ ਔਰ ਬੈਚਸ ਦੇ ਸਾਈਜ਼ ਛੋਟੇ ਹੈ ਤਾਂ ਕਿ ਇੰਟਰੈਕਸ਼ਨ ਜ਼ਿਆਦਾ ਹੋ ਜਾਏ। ਇਸ ਲਈ ਇਟ ਇਜ਼ ਨਾਟ ਅ ਮਾਸ ਕਲਾਸ। ਇਹ ਨਹੀਂ ਕਿ ਤੁਸੀਂ ਮੇਰੇ ਕੋਲੋਂ ਆ ਰਹੇ ਹੋ ਪੜ੍ਹਨ ਵਾਸਤੇ ਤੇ ਤੁਸੀਂ ਆਪਣੀ ਆਈਡੀ 10 ਬੰਦਿਆਂ ਨਾਲ ਸ਼ੇਅਰ ਕਰਕੇ ਤੇ ਪੂਰੇ ਦਾ ਪੂਰਾ 100 ਬੱਚਾ ਭਰਤਾ ਹੈ। ਇਟ ਇਜ਼ ਨਾਟ ਪੋਸੀਬਲ। ਇਟ ਇਜ਼ ਅ ਡਿਫਰੈਂਟ ਐਪ। ਇੱਕ ਡਿਫਰੈਂਟ ਐਪ ਹੈ ਜਿਹੜੀ ਸਾਡੀ ਆਪਣੀ ਡਿਜ਼ਾਈਨਡ ਹੈ। ਇਸ ਤੋਂ ਇਲਾਵਾ ਮੈਮ ਅਸੀਂ ਫੀਸ ਸਟਰਕਚਰ ਦੇ ਬਾਰੇ ਵੀ ਪੁੱਛਣਾ ਚਾਹਾਂਗੇ ਕਿ ਜੋ ਆਨਲਾਈਨ ਕਲਾਸਿਸ ਨੇ ਵਿਦਿਆਰਥੀ ਲੈਣਾ ਚਾਹੁੰਦੇ ਆ ਉਹਨਾਂ ਦੀ ਫੀਸ ਕਿੰਨੀ ਹੋਵੇਗੀ? ਉਹ ਪਹਿਲਾਂ ਹੀ ਦੇਣੀ ਆ, ਕੁਝ ਦਿਨਾਂ ਦੀ ਉਹ ਪ੍ਰੈਕਟਿਸ ਤੋਂ ਬਾਅਦ ਵੀ ਦੇ ਸਕਦੇ ਆ, ਜਾਂ ਫਿਰ ਬਾਅਦ ਵੀ ਦੇ ਸਕਦੇ ਆ, ਜਾਂ ਫਿਰ ਮੈਂਡੇਟਰੀ ਹੀ ਹੈ ਕਿ ਜਦੋਂ ਵੀ ਵਿਦਿਆਰਥੀ ਨੇ ਕਲਾਸ ਜੁਆਇਨ ਕਰਨੀ ਹੈ ਤਾਂ ਉਸ ਨੂੰ ਪਹਿਲਾਂ ਫੀਸ ਦੇਣੀ ਹੀ ਪਵੇਗੀ? ਸਰ ਇਹਦੀ ਫੀਸ ਇਜ਼ 2550 2550 ਰੁਪਏ ਅਕੈਡਮਿਕ ਦੀ, 3150 ਰੁਪਏ ਜਨਰਲ ਦੀ। ਔਰ ਇਹ ਫੀਸ 1 ਸਾਲ ਦੀ ਹੈ। 1 ਈਅਰ ਵੈਲਿਡਿਟੀ ਹੈ ਇਹਦੀ।
2 to 3 ਮੰਥਸ ਦਾ ਜਿੰਨਾ ਸਿਲੇਬਸ ਮੈਂ ਇੰਸਟੀਚਿਊਟ 'ਚ ਕਰਾਨੀ ਆ ਉਹ ਪੂਰੇ ਦਾ ਪੂਰਾ ਮੈਂ ਇਹਦੇ ਵਿੱਚ ਕਰਤਾ ਹੈ ਤਾਂ ਕਿ ਬੱਚਾ ਆਰਾਮ ਨਾਲ ਕਰਦਾ ਰਹੇ। ਅਗਰ ਬੱਚਾ ਪੰਜਾਬ ਬੋਰਡ ਦਾ ਉਹ ਕਹੇ ਨਹੀਂ ਮੈਮ ਮੇਰੇ ਕੋਲ ਤੇ 2 ਮਹੀਨੇ 'ਚ ਨਹੀਂ ਹੋਣਾ, ਕੋਈ ਗੱਲ ਨਹੀਂ ਹੋਣਾ, ਤੂੰ ਅਗਲਾ ਮਹੀਨਾ ਵੀ ਲਗਾ ਲੈ, ਬਟ ਦੇਰ ਇਜ਼ ਨੋ ਨੀਡ ਟੂ ਪੇ ਅਗੇਨ ਐਂਡ ਅਗੇਨ। ਬਾਰ-ਬਾਰ ਫੀਸ ਦੇਣ ਦੀ ਬਿਲਕੁਲ ਜ਼ਰੂਰਤ वन नहीं टाइम है। पेमेंट One 2500 time रुपए payment, 2550 रुपए वन टाइम। हाँ जी सर। लेकिन अगर ਅਸੀਂ ਇੰਸਟੀਚਿਊਟ ਫਿਜ਼ੀਕਲੀ ਜਾਂਦੇ ਤਾਂ ਉੱਥੇ ਦੇਖਦੇ ਕਿ ਸ਼ਾਇਦ 5-6000 ਰੁਪਏ ਤਾਂ ਪਰ ਮੰਥ ਦੀ ਹੁੰਦੀ ਹੈ। ਸਰ 12000 20000 10000 ਹਰ ਮੈਂ ਤਾਂ ਬੰਦਾ ਇੱਕ ਅਲੱਗ-ਅਲੱਗ normal ਲੈਂਦਾ ਹੈ। ਛੋਟੇ ਸ਼ਹਿਰ ਦੀ ਗੱਲ ਕਰ ਰਿਹਾ ਹਾਂ, ਉੱਥੇ 5-6000 ਤੋਂ ਸ਼ੁਰੂ ਹੁੰਦਾ ਹਾਂਜੀ। ਤੇ ਫਿਰ ਇੰਨਾ ਤੁਸੀਂ ਗੈਪ ਕਿਉਂ ਕੀ ਕਾਰਨ? ਸਰ ਇਹਦੇ ਕਾਸਟ ਹੀ ਘੱਟ ਆਈ ਹੈ। ਓਕੇ। ਅਗਰ ਬੱਚਾ ਫਿਜ਼ੀਕਲੀ ਆ ਹੀ ਨਹੀਂ ਰਿਹਾ, ਘਰ ਬੈਠੇ ਤੁਸੀਂ ਉਹਦੇ ਕੋਲੋਂ 10000 20000 15000 ਲੈ ਰਹੇ ਹੋ, ਇਹ ਤੇ ਫਿਰ ਆਈ ਮੀਨ ਇਟ ਇਜ਼ ਇਨਜਸਟਿਸ, ਬੇਇਨਸਾਫੀ ਹੈ। ਇੰਨੀ ਕਾਸਟ ਹੀ ਨਹੀਂ ਹੈਗੀ। ਅਗਰ WhatsApp ਵਾਲਾ ਤੁਹਾਨੂੰ ਫ੍ਰੀ ਦਿੰਦਾ ਵੇ, ਮੈਂ ਤਾਂ ਬਿਲਕੁਲ ਕਾਸਟ ਟੂ ਕਾਸਟ ਦੇ ਰਹੀ ਹਾਂ। ਇਹ ਬੱਚਾ ਆਪਣੀ ਇਲੈਕਟ੍ਰਿਸਿਟੀ ਲਾ ਰਿਹਾ, ਆਪਣਾ AC ਲਗਾ ਰਿਹਾ, ਕੋਈ ਫਿਜ਼ੀਕਲ ਕਾਸਟ ਹੀ ਨਹੀਂ ਹੈ, ਬੱਚਾ ਆ ਹੀ ਨਹੀਂ ਰਿਹਾ ਤੇ ਉਹਦੇ ਕੋਲੋਂ ਕਿਸ ਚੀਜ਼ ਦੇ ਚਾਰजेस ਕਰਨੇ ਆ? ਆਈ ਡੋਂਟ ਥਿੰਕ ਚਾਰजेस ਇੰਨੇ ਹਾਈ ਹੋਣੇ ਚਾਹੀਦੇ ਹੈ। ਮੈਮ ਜਿਸ ਤਰੀਕੇ ਨਾਲ ਆਇਲਸ ਦੇ 4 ਮੋਡਿਊਲ ਨੇ, ਉਹਦੇ ਵਿੱਚ ਰੀਡਿੰਗ ਹੋ ਗਿਆ, ਰਾਈਟਿੰਗ ਹੋ ਗਿਆ, ਸਪੀਕਿੰਗ ਹੋ ਗਿਆ ਔਰ ਲਿਸਨਿੰਗ ਹੋ ਗਿਆ, ਤੇ ਕਿਹਾ ਜਾਂਦਾ ਕਿ ਜੋ ਵਿਦਿਆਰਥੀਆਂ ਦਾ ਕਿਹਾ ਜਾਂਦਾ ਕਿ ਸਭ ਤੋਂ ਜੋ ਮੁਸ਼ਕਿਲ ਉਹਨਾਂ ਨੂੰ ਲੱਗਦਾ, ਟਫ ਲੱਗਦਾ ਹੈ, ਉਹ ਹੁੰਦਾ ਰੀਡਿੰਗ, ਕਿਉਂਕਿ ਉਹਦੇ ਵਿੱਚ ਉਹਨਾਂ ਨੇ ਕੁਐਸਚਨ ਆਨਸਰ ਲੱਭ ਕੇ ਲਿਖਣੇ ਹੁੰਦੇ ਆ, ਫਿਰ ਉਹਨਾਂ ਦੇ ਬੜੀ ਮੁਸ਼ਕਿਲ ਨਾਲ ਟਾਈਮ ਵੀ ਸਮਾਂ ਲਿਮਟਿਡ ਹੁੰਦਾ, 1 ਘੰਟੇ ਦਾ ਹੀ ਸਮਾਂ ਹੁੰਦਾ ਤੇ ਉਹਦੇ ਵਿੱਚ ਉਹਨਾਂ ਨੇ ਕਈ ਕੁਐਸਚਨ ਸੋਲਵ ਕਰਨੇ ਹੁੰਦੇ ਆ, ਸਭ ਤੋਂ ਔਖਾ ਮੰਨਿਆ ਜਾਂਦਾ ਹੈ। ਤਾਂ ਅਗਰ ਵਿਦਿਆਰਥੀਆਂ ਦੇ ਡਾਊਟ ਨੇ, ਕਿਉਂਕਿ ਸਭ ਤੋਂ ਟਫ ਪੇਪਰ ਇਹਨੂੰ ਹੀ ਕਿਹਾ ਜਾਂਦਾ, ਤਾਂ ਉਹ ਆਪਣੇ ਡਾਊਟ ਕਿਵੇਂ ਕਲੀਅਰ ਕਰੂਗਾ? ਕਿ ਇਸ ਦੀ ਵੀ ਕੋਈ ਵਿਵਸਥਾ ਹੈ ਕਿ ਉਹ ਪੇਪਰ ਨੂੰ ਤੁਸੀਂ ਤਾਂ ਕਹਿ ਦਿੱਤਾ ਕਿ ਰੀਡਿੰਗ ਕਰਨੀ ਹੈ, ਉਸ ਤੋਂ ਬਾਅਦ ਅਗਰ ਉਸਦੇ ਕੋਈ ਕੁਐਸਚਨ ਗਲਤ ਹੋ ਰਹੇ ਨੇ, ਉਸ ਨੂੰ ਨਹੀਂ ਪਤਾ ਚੱਲ ਰਿਹਾ ਕਿ ਕਿਹੜੇ ਪੈਰਾਗ੍ਰਾਫ ਦੇ ਵਿੱਚ ਇਸ ਦਾ ਆਨਸਰ ਹੈ, ਤਾਂ ਫਿਰ ਉਹ ਕਿਵੇਂ ਲੱਭੂਗਾ? ਤੁਹਾਡੇ ਨਾਲ ਕਿਸ ਤਰੀਕੇ ਨਾਲ ਡੀਲ ਕਰੂਗਾ? ਸਰ ਰੀਡਿੰਗ ਇੱਕ ਐਸਾ ਮੋਡਿਊਲ ਹੈ, ਬੱਚਾ ਸੁਣਦੇ ਹੀ ਬਹੁਤ ਡਰਦਾ ਹੈ। ਰੀਡਿੰਗ ਦੇ ਵਿੱਚ ਮੈਂ ਇਹਨਾਂ ਨੂੰ ਰਫਲੀ ਕੋਈ 30 ਰੀਡਿੰਗਸ ਦਿੱਤੀਆਂ ਹੀ ਹੈ। ਉਹਦੇ PDFs ਵੀ ਗਏ ਹੈ, ਇਹ ਆਪਣੇ ਫੋਨ 'ਚ ਸ਼ੇਅਰ ਕਰਕੇ ਉਹਨੂੰ ਡਾਊਨਲੋਡ ਵੀ ਕਰ ਸਕਦੇ ਆ। ਕੰਪਿਊਟਰ ਤੇ ਕਰਨਾ ਚਾਹਣ ਕੰਪਿਊਟਰ ਤੇ ਕਰ ਲੈਣਗੇ। ਜਦੋਂ ਡਾਊਨਲੋਡ ਕਰਕੇ ਕਰਦੇ ਆ ਰੀਡਿੰਗਸ, ਉਹਨਾਂ ਨੂੰ ਡਿਫਿਕਲਟੀਜ਼ ਆਉਂਦੀਆਂ। ਮੇਰੇ ਪੜ੍ਹਾਉਣ ਦਾ ਤਰੀਕਾ, ਮੈਂ ਇੱਕ ਦਿਨ ਪਹਿਲੇ ਉਹਨਾਂ ਨੂੰ ਕਹਿ ਦਿੰਦੀ ਹਾਂ ਕਿ ਬੇਟਾ ਕੱਲ ਅਸੀਂ ਪੈਸੇਜ 1 ਕਰਾਂਗੇ, ਇਹ ਰੀਡਿੰਗ ਨੰਬਰ 4 ਪੈਸੇਜ ਨੰਬਰ 1 ਵੀ ਵਿਲ ਡੂ। ਬੱਚਾ ਕੀ ਕਰਦਾ, ਉਹ ਰੀਡਿੰਗ ਪਹਿਲੇ ਘਰੋਂ ਕਰ ਲੈਂਦਾ, ਫਿਰ ਉਹ ਰੀਡਿੰਗ ਮੈਂ ਐਨਾਲਿਸਿਸ ਕਰ ਦਿੰਦੀ ਹਾਂ। ਸੈਕਿੰਡ ਡੇ ਮੈਂ ਕੀ ਕਰਨੀ ਆ, ਇੱਕ ਰੀਡਿੰਗ ਉਹਨਾਂ ਦੇ ਸਾਹਮਣੇ ਹੁੰਦੀ ਹੈ ਸਕਰੀਨ ਤੇ, ਉਹਨਾਂ ਦੀ ਜਾਂ ਉਹਨਾਂ ਦੇ ਹੱਥ 'ਚ ਪੇਪਰ ਹੁੰਦਾ ਹੈ, ਇੱਕ ਰੀਡਿੰਗ ਮੇਰੇ ਕੋਲ ਹੁੰਦੀ ਹੈ, ਆਪਾਂ ਇਕੱਠੇ ਕਰਦੇ ਹਾਂ। ਜਦੋਂ ਅਸੀਂ ਇਕੱਠੇ ਕਰਦੇ ਹਾਂ, ਬੱਚਾ ਕਹਿੰਦਾ ਮੈਮ ਮੈਨੂੰ ਤੇ ਇੱਥੇ ਲੱਭਾ, ਮੈਂ ਕਹਿੰਦੀ ਹਾਂ ਬੇਟੇ ਇੱਥੇ ਨਹੀਂ ਹੈ, ਇੱਥੇ ਲੱਭੇਗਾ ਆਨਸਰ, ਤੇ ਉਹਨੂੰ ਲੱਗਦਾ ਕਿ ਮੈਂ ਕਲਾਸ ਦੇ ਵਿੱਚ ਹੀ ਉਹਦੇ ਨਾਲ ਪੜ੍ਹ ਰਹੀ ਹਾਂ। ਸੋ ਇਟ ਬਿਕਮਸ ਅ ਵੈਰੀ ਇੰਟਰੈਕਟਿਵ, ਇਟ ਇਜ਼ ਵੈਰੀ ਯੂਜ਼ਫੁਲ। ਰੀਡਿੰਗ ਦੇ ਵਿੱਚ ਤਾਂ ਤੁਹਾਨੂੰ ਸਭ ਤੋਂ ਈਜ਼ੀ ਰਹੇਗਾ, ਕਿਉਂਕਿ ਰੀਡਿੰਗ ਦੀ ਬੈਕ ਸਾਈਡ ਦੇ ਉੱਤੇ ਜਿੰਨੇ ਰੀਡਿੰਗਸ ਦੇ ਡਿਫਿਕਲਟ ਵਰਡਸ ਹੈ, ਮੈਂ ਉਹਨਾਂ ਦੀ ਵੋਕੈਬਲਰੀ ਦਿੱਤੀ ਹੈ। ਔਰ ਬੜੇ ਬੱਚੇ ਮੇਰੇ ਪੰਜਾਬ ਦੇ ਵੀ ਹੈਗੇ ਹੈ ਜਿਨ੍ਹਾਂ ਨੂੰ ਮੈਂ ਰੀਡਿੰਗ ਪੰਜਾਬੀ 'ਚ ਵੀ ਸਮਝਾ ਦਿੰਦੀ ਹਾਂ। ਗੱਲ ਤੇ ਸਮਝ ਆਉਂਦੀ ਹੈ ਔਰ ਬੈਂਡਸ ਲੈਂਦੀ ਹੈ। ਇਹਦੇ ਵਿੱਚ ਕੋਈ ਸ਼ਾਨ ਨਹੀਂ ਹੈਗੀ ਕਿ ਇੰਗਲਿਸ਼ ਨੂੰ ਇੰਗਲਿਸ਼ 'ਚ ਹੀ ਪੜ੍ਹਨਾ ਹੈ। ਇੰਗਲਿਸ਼ ਨੂੰ ਆਪਾਂ ਸਮਝਣਾ ਹੈ, ਪੰਜਾਬੀ ਹਿੰਦੀ 'ਚ ਵੀ ਸਮਝ ਸਕਦੇ ਹਾਂ ਔਰ ਜ਼ਿਆਦਾ ਅੱਛਾ ਸਮਝ ਆਉਂਦਾ ਹੈ। ਤੇ ਮੈਂ ਬਿਲਕੁਲ ਉਹਨਾਂ ਨੂੰ ਉਦਾਂ ਹੀ ਕਰਾਨੀ ਹਾਂ ਜਿਸ ਤਰ੍ਹਾਂ ਕਲਾਸ 'ਚ ਹੁੰਦਾ ਹੈ। ਜੀ ਮੈਮ, ਤੁਸੀਂ ਆਫਲਾਈਨ ਵੀ ਵਿਦਿਆਰਥੀਆਂ ਨੂੰ ਪੜ੍ਹਾਇਆ ਹੋਊਗਾ, ਜਦੋਂ ਤੁਹਾਡੇ ਸੈਂਟਰ ਦੇ ਵਿੱਚ ਸੈਂਕੜੇ ਵਿਦਿਆਰਥੀ ਆ ਕੇ ਪੜ੍ਹਦੇ ਹੋਣਗੇ, ਤੇ ਹੁਣ ਸਮਾਂ ਚੇਂਜ ਹੋ ਗਿਆ, ਤੁਸੀਂ ਉਹਨਾਂ ਨੂੰ ਆਨਲਾਈਨ ਪੜ੍ਹਾ ਰਹੇ ਹੋ। ਇਹਨਾਂ ਦੋਨਾਂ ਦੇ ਵਿੱਚ, ਆਨਲਾਈਨ ਔਰ ਆਫਲਾਈਨ ਦੇ ਵਿੱਚ, ਤੁਸੀਂ ਡਿਫਰੈਂਸ ਕੀ ਦੇਖਦੇ ਹੋ? ਕਿ ਲੋਕ ਇਸ ਚੀਜ਼ ਨੂੰ ਅਸੈਪਟ ਕਰ ਰਹੇ ਨੇ, ਕਿ ਇਹ ਪੋਸੀਬਿਲਿਟੀ ਹੈ ਇਸ ਚੀਜ਼ ਦੀ ਕਿ ਰਿਜ਼ਲਟ ਚੰਗੇ ਆਣ, ਔਰ ਕੀ ਆਨਲਾਈਨ ਸਟੱਡੀ ਦੇ ਰਿਜ਼ਲਟਸ ਆ ਰਹੇ ਨੇ? ਸਰ ਜਿੱਥੇ ਰਿਜ਼ਲਟਸ ਦੀ ਗੱਲ ਕਰੀਏ, ਰਿਜ਼ਲਟ ਤੇ ਆ ਰਹੇ ਆ, ਅਦਰਵਾਈਜ਼ ਇਟਸ $1 million ਕੁਐਸਚਨ ਕਿ ਚੇਂਜਸ ਕੀ ਦੇਖ ਰਹੀ ਹਾਂ ਮੈਂ। ਚੇਂਜਸ ਤੇ ਬਹੁਤ ਹੈ। ਹੁਣ ਮੈਂ ਤੁਹਾਡੇ ਨਾਲ ਬੈਠੀ ਹਾਂ, ਮੈਨੂੰ ਇੱਕ ਹੋਰ ਫੀਲਿੰਗ ਆ ਰਹੀ ਹੈ। ਮੈਂ ਤੁਹਾਡੇ ਨਾਲ ਸਕਾਈਪ ਤੇ ਗੱਲ ਕਰਾਂਗੀ, ਮੈਨੂੰ ਹੋਰ ਫੀਲਿੰਗ ਆਏਗੀ, ਲੇਕਿਨ ਮੇਰਾ ਪਰਪਸ ਸੋਲਵ ਹੋ ਜਾਏਗਾ। ਗੱਲ ਹੈਗੀ ਹੈ ਪਰਪਸ ਸੋਲਵ ਹੋਣ ਦੀ, ਗੱਲ ਹੈਗੀ ਹੈ ਮੇਨ ਮੁੱਦਾ ਹੈ ਬੈਂਡਸ ਲਿਆਉਣ ਦੀ। ਬੈਂਡ ਬੱਚੇ ਦੇ ਇਸ ਤਰ੍ਹਾਂ ਵੀ ਆ ਜਾਣੇ ਹੈ, ਆਨਲਾਈਨ ਵੀ ਆ ਜਾਣਗੇ ਉਹਦੇ ਬੈਂਡ। ਅਗਰ ਸਾਡੇ ਕੋਲ ਮਜਬੂਰੀ ਹੋ, ਇੰਨੀ ਵੱਡੀ ਮਜਬੂਰੀ ਹੈ, ਆਲ ਓਵਰ ਦ ਵਰਲਡ ਦੇਰ ਇਜ਼ ਅ ਲੋਕਡਾਊਨ, ਸਾਰੀ ਦੁਨੀਆ ਦੇ ਵਿੱਚ ਲੋਕਡਾਊਨ ਹੈ, ਅਸੀਂ ਨਹੀਂ ਮਿਲ ਸਕਦੇ, ਅਸੀਂ ਨਹੀਂ ਜਾ ਸਕਦੇ, ਤੇ ਟਾਈਮ ਕਿਉਂ ਵੇਸਟ ਕਰੀਏ? ਸੈਸ਼ਨਸ ਲੱਗ ਰਹੇ ਹੈ, ਵੀਜ਼ਾਸ ਲੱਗ ਰਹੇ ਹੈ ਔਰ ਫਾਈਲਸ ਲੱਗ ਰਹੀਆਂ ਤੁਹਾਡੀਆਂ, ਤੇ ਕਿਉਂ ਨਾ ਤੁਸੀਂ ਆਪਣਾ ਟਾਈਮ ਨੂੰ ਪ੍ਰੋਪਰ ਯੂਟਿਲਾਈਜ਼ ਕਰੋ। ਸੋ ਆਈ ਵੁੱਡ ਸੁਜੈਸਟ ਯੂ ਕਿ ਟਾਈਮ ਨਾ ਵੇਸਟ ਕਰੋ। ਬਾਕੀ ਆਫਲਾਈਨ ਨੂੰ ਅਗਰ ਤੁਸੀਂ ਮਸਤੀ ਨਾਲ ਪੜ੍ਹਨਾ ਚਾਹੁੰਦੇ ਹੋ, ਉਹ ਤੇ ਫਿਰ ਕਾਲਜ ਤੇ ਹੈ ਹੀ ਹੈ, ਕਾਲਜ ਹੈ, ਯੂਨੀਵਰਸਿਟੀ, ਇੰਸਟੀਟਿਊਟਸ, ਥੋੜਾ ਸਬਰ ਰੱਖੋ, ਖੁੱਲ ਜਾਣਗੇ। ਲੇਕਿਨ ਜਦ ਤੱਕ ਨਹੀਂ ਖੁੱਲ ਰਹੇ, ਆਪਣਾ ਕੰਮ, ਆਪਣਾ ਮਕਸਦ ਤੇ ਪੂਰਾ ਕਰੀਏ। ਮਕਸਦ ਪੂਰਾ ਕਰਨਾ ਬਹੁਤ ਇੰਪੋਰਟੈਂਟ ਚੀਜ਼ ਹੈ। ਜੀ ਮੈਮ, ਤੁਸੀਂ ਸਾਡੇ ਦਰਸ਼ਕਾਂ ਨੂੰ ਇਹ ਵੀ ਦੱਸੋ ਕਿ ਅਗਰ ਕੋਈ ਵਿਦਿਆਰਥੀ ਹੈ ਤੁਹਾਡੇ ਥਰੂ ਕੋਚਿੰਗ ਲੈਣਾ ਚਾਹੁੰਦਾ, ਤੁਹਾਡੇ ਨਾਲ ਕੰਟੈਕਟ ਕਿਵੇਂ ਕਰੇ? ਕੀ ਤਰੀਕਾ ਹੋਊਗਾ? ਕੋਈ ਕੰਟੈਕਟ ਨੰਬਰ ਤੁਹਾਡੇ ਕੋਲੋਂ ਦਿੱਤਾ ਜਾ ਰਿਹਾ, ਕੋਈ ਐਡਵਰਟਾਈਜ਼ਮੈਂਟ ਏਜੰਸੀ ਤੁਹਾਡੀ, ਕਿਸ ਤਰੀਕੇ ਨਾਲ ਤੁਹਾਡੇ ਨਾਲ ਕੰਟੈਕਟ ਕਰਨ ਵਿਦਿਆਰਥੀ? ਸਰ ਇਹਦੇ ਵਿੱਚ ਸਾਡੇ ਲਿੰਕਸ ਹੈਗੇ ਹੈ,
ਔਰ ਐਪ ਸੇ ਹੀ ਹੈ, ਲਿੰਕਸ ਹੈਗੇ, ਅਗਰ ਤੁਸੀਂ ਲਿੰਕ ਤੇ ਕਲਿੱਕ ਕਰੋਗੇ ਬਹੁਤ ਯੂਜ਼ਰ ਫ੍ਰੈਂਡਲੀ ਹੈ। ਨਹੀਂ, ਮੇਰਾ ਸਵਾਲ ਹੈ ਕਿ ਅਗਰ ਇੰਟਰਵਿਊ ਦੇਖਣ ਦੇ ਦੌਰਾਨ ਅਗਰ ਕੋਈ ਵਿਦਿਆਰਥੀ ਦਾ ਮਨ ਚੇਂਜ ਹੁੰਦਾ ਕਿ ਮੈਂ ਆਨਲਾਈਨ ਸਟੱਡੀ ਤੁਹਾਡੇ ਕੋਲੋਂ ਲੈਣੀ ਹੈ ਤਾਂ ਕਿਸ ਤਰੀਕੇ ਨਾਲ ਤੁਹਾਡੇ ਨਾਲ ਕੰਟੈਕਟ ਕਰੇ? ਸਰ ਫੋਨ ਨੰਬਰਸ ਹੋਣਗੇ ਸਾਡੇ, ਤੇ ਫੋਨ ਨੰਬਰਸ ਤੁਸੀਂ ਦੇਖ ਕੇ ਫੋਨ ਦੀ ਕੰਟੈਕਟ ਕਰ ਲਓ। ਐਂਡ ਵੀ ਹੈਵ ਵੈਰੀ ਸਪੋਰਟਿਵ ਟੀਮ, ਸਾਡੀ ਟੀਮ ਬਹੁਤ ਸਪੋਰਟਿਵ ਹੈ, ਇੰਸਟੈਂਟਲੀ ਤੁਹਾਨੂੰ ਆਨਸਰਸ ਕਰਨਗੇ, ਤੁਹਾਡੀ ਕੁਐਰੀ ਸੋਲਵ ਕਰਨਗੇ, ਔਰ ਜਿੱਥੋਂ ਤੱਕ ਹੋ ਸਕੇ ਪ੍ਰੋਬਲਮ ਜ਼ਰੂਰ ਸੋਲਵ ਕਰਾਂਗੇ। ਬਾਕੀ ਇਹ ਨਾ ਸੋਚਣਾ ਕਿ ਜਿਹੜਾ ਆਨਲਾਈਨ ਕੋਰਸ ਹੈ ਇਹ ਲੋਕਡਾਊਨ ਕੋਰਸ ਹੈ, ਇਹ ਲੋਕਡਾਊਨ ਕੋਰਸ ਨਹੀਂ ਹੈ। ਕੀਪ ਇਟ ਇਨਟੂ ਮਾਈਂਡ, ਦਿਸ ਇਜ਼ ਅ ਲਾਈਫ ਟਾਈਮ ਕੋਰਸ। ਆਉਣ ਵਾਲੇ ਟਾਈਮ ਦੇ ਵਿੱਚ ਜਿਸ ਬੱਚੇ ਨੂੰ ਜੌਬ ਕਰਨੀ ਹੈ ਔਰ ਪੜ੍ਹਨਾ ਹੈ, ਉਹ ਦੋਨੋਂ ਕੰਮ ਇਕੱਠੇ ਕਰ ਸਕਦਾ ਹੈ। ਮੈਂ ਥਰੂ ਆਊਟ ਤੁਹਾਡੇ ਨਾਲ ਰਹਾਂਗੀ, ਜਦ ਤੱਕ ਜ਼ਿੰਦਗੀ ਆਪਾਂ ਬਨੇ ਰਵਾਂਗੇ, ਘਬਰਾਣਾ ਨਹੀਂ ਬਿਲਕੁਲ। देयर इज़ नथिंग टू वरी। ਇਹ ਨਾ ਸੋਚਣਾ ਲੋਕਡਾਊਨ ਖਤਮ ਹੋ ਗਿਆ ਤੇ ਕੋਰਸ ਡਸਟਬਿਨ 'ਚ। ਅਰੇ ਲੋਕਡਾਊਨ ਅਗਰ ਖਤਮ ਵੀ ਹੋ ਜਾਏਗਾ, ਇਹ ਕੋਰਸ ਤੁਹਾਡੇ ਵਾਸਤੇ ਐਜ਼ ਏ ਮਟੀਰੀਅਲ ਵੀ ਰਹੇਗਾ। ਪੜ੍ਹਾਈ, ਹੈਲਪਲਾਈਨਸ ਇਹ ਕਦੀ ਵੀ ਵੇਸਟ ਨਹੀਂ ਜਾਂਦੀਆਂ। ਤੁਸੀਂ ਜਿੰਨੀ ਮਿਹਨਤ ਕਰੋਗੇ ਕਦੀ ਵੇਸਟ ਨਹੀਂ ਜਾਏਗੀ, ਜਿੰਨੀ ਪ੍ਰੈਕਟਿਸ ਕਰੋਗੇ ਤੁਹਾਡੇ ਰਿਜ਼ਲਟਸ ਆਉਣਗੇ। ਸੋ ਇਟ ਇਜ਼ ਗੋਇੰਗ ਟੂ ਬੀ ਫੋਰਐਵਰ ਵਿਦ ਯੂ। So I don't think it is going to be a waste and it is not a temporary course. ਬਿਲਕੁਲ ਮੈਮ, ਬਹੁਤ ਬਹੁਤ ਸ਼ੁਕਰੀਆ ਜਗਬਾਨੀ ਟੀਵੀ ਦੇ तमाम ਦਰਸ਼ਕਾਂ ਨਾਲ ਇਹ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਨ ਦੇ ਲਈ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। Thank you so much sir. Thank you. ਤੇ ਇਸ ਦੇ ਨਾਲ ਹੀ ਅਸੀਂ ਵਿਦਿਆਰਥੀਆਂ ਨੂੰ ਵੀ ਕਹਿਣਾ ਚਾਹੁੰਦੇ ਹਾਂ ਕਿ ਅਗਰ ਉਹ ਇਸ ਵਕਤ ਘਰੇ ਬੈਠੇ ਨੇ, ਉਹ ਆਪਣੇ ਟਾਈਮ ਦਾ ਸਹੀ ਇਸਤੇਮਾਲ ਕਰਨ, ਟਾਈਮ ਨੂੰ ਆਪਣਾ ਵੇਸਟ ਨਾ ਕਰਨ। ਹਾਂ, ਇਹ ਜ਼ਰੂਰ ਹੈ ਕਿ ਤੁਸੀਂ ਜਿਸ ਵੀ ਕੰਪਨੀ ਨੂੰ ਜੁਆਇਨ ਕਰ ਰਹੇ ਹੋ, ਜਿਸ ਵੀ ਇੰਸਟੀਚਿਊਟ ਨੂੰ ਜੁਆਇਨ ਕਰ ਰਹੇ ਹੋ, ਪਹਿਲਾਂ ਉਹਦੇ ਬਾਰੇ ਥੋੜ੍ਹਾ ਬਹੁਤਾ ਪਤਾ ਜ਼ਰੂਰ ਲਗਾਓ, ਉਸ ਤੋਂ ਬਾਅਦ ਹੀ ਉਹਨਾਂ ਨੂੰ ਜੁਆਇਨ ਕਰੋ। ਹੋਰ ਨਵੀਆਂ ਤੇ ਤਾਜ਼ੀਆਂ ਖਬਰਾਂ ਲਈ ਤੁਸੀਂ ਦੇਖਦੇ ਰਹੋ ਜਗਬਾਨੀ ਟੀਵੀ।